ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਦੇ ਹਾਂ ਜੀ। ਅਧਿਆਇ 8 ਸੰਗਮ ਯੁੱਗ ਸੰਗਮ ਏਜ। ਅਸਲ 'ਚ ਨਾ ਸਾਊਥ ਇੰਡੀਆ ਵਿੱਚ 300 ਈਸਾ ਪੂਰਵ ਤੋਂ ਲੈ ਕੇ 300 ਈਸਵੀ ਤੱਕ ਲਗਭਗ 600 ਸਾਲ ਦੇ ਵਿਚਕਾਰ ਨਾ ਇੱਥੇ ਵੱਡੇ ਵੱਡੇ ਮਹਾਨ ਪੋਇਟ ਸੀ, ਜਿਹੜੇ ਕਵੀ ਸੀ, ਸਾਹਿਤਕਾਰ ਸੀ, ਉਹਨਾਂ ਦੀਆਂ ਕੌਂਸਲਾਂ ਹੋਈਆਂ, ਉਹਨਾਂ ਦੀਆਂ ਮੀਟਿੰਗਾਂ ਹੋਈਆਂ ਅਤੇ ਉਹਨਾਂ ਦਾ ਸੰਗਮ ਹੋਇਆ। ਇਕੱਠੇ ਬੈਠੇ ਉਹ ਅਤੇ ਉਹਨਾਂ ਨੇ ਕਾਫੀ ਲਿਟਰੇਚਰ ਪ੍ਰੋਡਿਊਸ ਕੀਤਾ ਸੀ। ਇਸ ਯੁੱਗ ਨੂੰ ਕਹਿ ਦਿੰਦੇ ਜੀ ਸੰਗਮ ਯੁੱਗ। ਇਹ ਇਸ ਤਰ੍ਹਾਂ ਨਹੀਂ ਸੀ ਕਿ 1-2 ਸਾਲਾਂ ਬਾਅਦ ਹੋਇਆ, ਇਹ ਕੁਝ 100 ਸਾਲਾਂ ਦੇ ਬਾਅਦ ਹੀ ਹੁੰਦਾ ਸੀ। ਤਾਂ 3 ਸੰਗਮ ਮੰਨੇ ਗਏ ਆ ਜੀ ਵੱਡੇ ਲੈਵਲ 'ਤੇ। ਪਰ ਟ੍ਰੈਜਡੀ ਇਹ ਆ ਕਿ ਪਹਿਲੇ ਅਤੇ ਦੂਸਰੇ ਸੰਗਮ ਦਾ ਲਿਟਰੇਚਰ ਬਹੁਤਾ ਨਹੀਂ ਮਿਲਦਾ। ਪਹਿਲੇ ਦਾ ਤਾਂ ਆਲਮੋਸਟ ਸਾਰਾ ਹੀ ਨਹੀਂ ਮਿਲਦਾ, ਦੂਸਰੇ ਦਾ ਸਿਰਫ ਇੱਕ ਅੱਧੀ ਟੋਕਾਪੀਅਮ ਵਗੈਰਾ ਕਿਰਤ ਮਿਲਦੀ ਆ, ਰਚਨਾ ਮਿਲਦੀ ਆ। ਤਾਂ ਤੀਸਰੇ ਦਾ ਥੋੜ੍ਹਾ ਬਹੁਤ ਹੈ ਸਾਡੇ ਕੋਲ ਉਪਲਬਧ ਹੈ, ਪਰ ਜਿਹੜਾ ਉਪਲਬਧ ਆ ਉਹ ਇੰਨਾ ਲਿਟਰੇਚਰ ਆ ਕਿ ਉਹਦੇ ਵਿੱਚੋਂ ਹੀ ਕਾਫੀ ਜ਼ਿਆਦਾ ਨੌਲੇਜ ਸਾਨੂੰ ਉਸ ਸਮੇਂ ਦੇ ਸਮਾਜ ਦੀ, ਰਾਜਨੀਤੀ ਦੀ ਮਿਲ ਜਾਂਦੀ ਆ। ਤਾਂ ਇਸ ਕਰਕੇ ਇਹ ਜਿਹੜਾ ਸਮਾਂ ਨਾ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਜੀ, ਸੰਗਮ ਯੁੱਗ ਸਾਊਥ ਇੰਡੀਆ ਵਿੱਚ ਸੰਗਮ ਏਜ। ਇਸ ਲਈ ਇਹਦੇ ਉੱਤੇ ਇੱਕ ਸੈਪਰੇਟ ਚੈਪਟਰ ਆ, ਥੋੜ੍ਹਾ ਪੜ੍ਹਦੇ ਹਾਂ ਜੀ। ਸੰਗਮ ਯੁੱਗ ਦੱਖਣੀ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਭਾਗ ਹੈ। ਤਾਮਿਲ ਕਥਾਵਾਂ ਦੇ ਅਨੁਸਾਰ, ਜੋ ਲੋਕਾਂ ਵਿੱਚ ਕਥਾਵਾਂ ਪ੍ਰਚਲਿਤ ਸੀ, ਉੱਥੋਂ ਫਿਰ ਅਸੀਂ ਸਟੱਡੀ ਕਰਕੇ ਇਨਡਾਇਰੈਕਟਲੀ ਪਤਾ ਕੀਤਾ ਵੀ ਕਿੰਨੇ ਕੁ ਸੰਗਮ ਹੋਏ ਹੋਣਗੇ। ਤਾਮਿਲ ਕਥਾਵਾਂ ਦੇ ਅਨੁਸਾਰ ਪ੍ਰਾਚੀਨ ਤਮਿਲਨਾਡੂ ਵਿੱਚ 3 ਸੰਗਮ ਹੋਏ ਹਨ, ਜਿਨ੍ਹਾਂ ਨੂੰ ਮੁਚੰਗਮ ਕਿਹਾ ਜਾਂਦਾ ਹੈ। ਮੁਚੰਗਮ, ਇਹ ਪ੍ਰਸ਼ਨ ਆ ਸਕਦਾ, ਮੁਚੰਗਮ ਕੀ ਹੈ? ਜਿਹੜੇ 3 ਸੰਗਮ ਹੋਏ ਉਹਨਾਂ ਨੂੰ ਹੀ ਮੁਚੰਗਮ ਕਹਿੰਦੇ ਆ। ਇਹ ਸੰਗਮ ਪਾਂਡਿਆ ਰਾਜ ਦੀ ਸ਼ਾਹੀ ਸਰਪ੍ਰਸਤੀ ਹੇਠ ਵਧੇ ਫੁੱਲੇ। ਪਾਂਡਿਆ, ਸਾਊਥ ਵਿੱਚ 3 ਸੀਗੇ ਰਾਜ ਉਸ ਸਮੇਂ, ਪਹਿਲੀ ਸ਼ਤਾਬਦੀ ਦੇ ਕਰੀਬ 3 ਵੱਡੇ ਰਾਜ ਸੀ। ਚੋਲ, ਉਹਦੇ ਥੱਲੇ ਪਾਂਡਿਆ ਅਤੇ ਕੇਰਲਾ ਵੱਲ ਨੂੰ ਚੇਰਾ। ਮੇਨ ਪਾਂਡਿਆ ਰਾਜ ਸੀ ਨਾ ਜਿਹੜਾ, ਉਹਨਾਂ ਨੇ ਸੰਗਮ ਕਰਾਉਣ 'ਚ ਕਾਫੀ ਅਹਿਮ ਭੂਮਿਕਾ ਨਿਭਾਈ। ਉਹ ਬੇਸਿਕਲੀ ਇਹ ਫੰਕਸ਼ਨ ਨੂੰ ਔਰਗਨਾਈਜ਼ ਕਰਾਉਂਦੇ ਸੀ, ਇਹਨਾਂ ਨੇ ਸਰਪ੍ਰਸਤੀ ਦਿੱਤੀ। ਤਤਕਾਲੀ ਮਦੁਰਈ, ਅੱਜ ਦੇ ਟਾਈਮ ਵਿੱਚ ਜਿਹੜਾ ਮਦੁਰਈ ਏਰੀਆ ਆ, ਉੱਥੇ ਆਯੋਜਿਤ ਕੀਤੇ ਗਏ ਪਹਿਲੇ ਸੰਗਮ ਵਿੱਚ ਮਹਾਨ ਰਿਸ਼ੀਆਂ ਨੇ ਸ਼ਿਰਕਤ ਕੀਤੀ ਸੀ। ਪਹਿਲਾ ਸੰਗਮ ਕਿੱਥੇ ਹੋਇਆ? ਮਦੁਰਈ। ਉਸ ਸਮੇਂ ਦੇ ਕਈ ਮੰਨੇ ਪ੍ਰਮੰਨੇ ਰਿਸ਼ੀ ਆਏ ਸੀ ਉੱਥੇ। ਪਰ ਇਸ ਸਮੇਂ ਦਾ ਕੋਈ ਸਾਹਿਤ ਉਪਲਬਧ ਨਹੀਂ ਹੈ, ਸਾਨੂੰ ਲਿਟਰੇਚਰ ਨਹੀਂ ਮਿਲਦਾ ਜੀ। ਦੂਸਰਾ ਸੰਗਮ ਕਬਦਪੁਰਮ ਵਿਖੇ ਹੋਇਆ। ਕਬਦਪੁਰਮ, ਪਰ ਟੋਕਾਪੀਅਮ ਨੂੰ ਛੱਡ ਕੇ ਬਾਕੀ ਸਾਰਾ ਸਾਹਿਤ ਨਸ਼ਟ ਹੋ ਗਿਆ ਹੈ। ਕਿਹੜਾ ਸਾਹਿਤ ਆ? ਇੱਕ ਸਿਰਫ ਟੋਕਾਪੀਅਮ। ਪੜ੍ਹਾਂਗੇ ਅਸੀਂ ਟੋਕਾਪੀਅਮ ਕੀ ਆ। ਇਹਨੂੰ ਛੱਡ ਕੇ ਬਾਕੀ ਸਾਰਾ ਸਾਹਿਤ ਨਸ਼ਟ ਹੋ ਗਿਆ, ਕਿਉਂਕਿ ਹਿਸਟਰੀ ਇਹ ਬਹੁਤ ਪਹਿਲਾਂ ਦੀ ਹੈ ਜੀ, ਬਹੁਤ ਸਮੇਂ ਪੁਰਾਣਾ ਆ ਇਤਿਹਾਸ, ਅਤੇ ਹੁਣ ਤੱਕ ਲਿਟਰੇਚਰ ਬਚਿਆ ਨਹੀਂ। ਹੁਣ ਤੱਕ ਸਾਡੇ ਕੋਲ ਲਿਟਰੇਚਰ ਪਹੁੰਚਿਆ ਨਹੀਂ, ਖੁਰਦ-ਬੁਰਦ ਹੋ ਗਿਆ। ਅੱਛਾ ਜੀ, ਮਦੁਰਈ ਵਿਖੇ ਤਾਂ ਤੀਜੀ ਸੰਗਮ ਵੀ ਕਿੱਥੇ ਹੋਇਆ? ਮਦੁਰਈ ਵਿਖੇ ਹੀ। ਮਦੁਰਈ ਵਿਖੇ ਤੀਜੇ ਸੰਗਮ ਦੀ ਸਥਾਪਨਾ ਮੁਦਾ ਤਿਰੂਮਾਰਨ ਦੁਆਰਾ ਕੀਤੀ ਗਈ ਸੀ। ਮੁਦਾ ਤਿਰੂਮਾਰਨ, ਹੋ ਸਕਦਾ ਤੁਹਾਨੂੰ ਇਹ ਨਾਮ ਯਾਦ ਨਾ ਰਹੇ ਤਾਂ ਕੋਈ ਗੱਲ ਨਹੀਂ, ਜਿੰਨੇ ਕੁ ਯਾਦ ਹੋ ਜਾਣ ਉਨੇ ਹੀ ਬਹੁਤ ਆ। ਜੋ ਜ਼ਿਆਦਾ ਇੰਪੋਰਟੈਂਟ ਆ ਉਹ ਜ਼ਰੂਰ ਯਾਦ ਕਰਨੇ ਆ। ਇਸ ਵਿੱਚ ਵੱਡੀ ਗਿਣਤੀ ਵਿੱਚ ਕਵੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਵਿਸ਼ਾਲ ਸਾਹਿਤ ਤਿਆਰ ਕੀਤਾ, ਪਰ ਇਹਨਾਂ ਵਿੱਚੋਂ ਵੀ ਕੁਝ ਹੀ ਬਚੇ ਹਨ। ਤੀਸਰੀ ਸੰਗਮ ਤੋਂ ਵੀ ਸਾਹਿਤ ਬਹੁਤਾ ਨਹੀਂ ਮਿਲਿਆ। ਇਹ ਤਮਿਲ ਸਾਹਿਤਕ ਰਚਨਾਵਾਂ ਸੰਗਮ ਯੁੱਗ ਦੇ ਇਤਿਹਾਸ ਨੂੰ ਜਾਣਨ ਲਈ ਉਪਯੋਗੀ ਸਰੋਤ ਬਣੀਆਂ ਹੋਈਆਂ ਹਨ। ਫਿਰ ਵੀ ਇਹਨਾਂ ਤੋਂ ਸਾਨੂੰ ਕਾਫੀ ਕੁਝ ਪਤਾ ਚੱਲਦਾ ਜੀ। ਉਸ ਸਮੇਂ ਦਾ ਇਤਿਹਾਸ ਕੀ ਸੀ, ਸਮਾਜ ਕੀ ਸੀ, ਇਹਨਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਵੈਸੇ ਐਗਜ਼ੈਕਟ ਭਾਵੇਂ ਲਿਟਰੇਚਰ ਨਾ ਮਿਲਦਾ ਹੋਵੇ, ਪਰ ਇਹ ਲਿਟਰੇਚਰ ਤੋਂ ਤੁਹਾਡਾ ਲੋਕ ਕਾਵਿ ਵਗੈਰਾ ਵੀ ਪ੍ਰਭਾਵਿਤ ਹੁੰਦੇ ਆ, ਉਹਨਾਂ ਵਿੱਚ ਵੀ ਜ਼ਿਕਰ ਮਿਲਦਾ, ਲੋਕ ਕਥਾਵਾਂ ਵਿੱਚ ਜ਼ਿਕਰ ਮਿਲਦਾ, ਅਤੇ ਇਹਨਾਂ ਨੂੰ ਸਟੱਡੀ ਕਰਕੇ ਅਸੀਂ ਹਿਸਟਰੀ ਦਾ ਪਤਾ ਕਰਦੇ ਹਾਂ ਜੀ। ਸੰਗਮ ਸਾਹਿਤ, ਹੁਣ ਆਪਾਂ ਥੋੜ੍ਹੀ ਗੱਲ ਕਰੀਏ ਸਾਹਿਤ ਦੀ। ਕਿਹੜੀਆਂ ਸਾਹਿਤ ਰਚਨਾਵਾਂ ਮਿਲੀਆਂ ਇੱਥੇ, ਇਹ ਤੁਸੀਂ ਨਾ ਯਾਦ ਰੱਖਣਾ ਇਹਨਾਂ ਵਿੱਚੋਂ।
ਇਹ ਨਾਮ ਯਾਦ ਰੱਖਣੇ ਆ। ਸੰਗਮੇਜ ਸੰਗਮ ਸਾਹਿਤ ਤੇ ਮੇਨਸ ਵਿੱਚ ਵੀ ਪ੍ਰਸ਼ਨ ਆਏ ਹੋਏ ਆ। ਤਾਮਿਲ ਸਾਹਿਤ ਵਿੱਚ ਟੋਕਾਪੀਅਮ, ਅਟੂਟਾਗਈ, ਪਟੂ ਪਟੂ, ਪਥਿਨੇਨ ਕਿਲਕੰਨਕੂ ਅਤੇ ਦੋ ਮਹਾਂਕਾਵ ਕਿਹੜੇ ਸ਼ਿਲਾਪਥੀਗਰਮ ਅਤੇ ਮਨੀਮੇਕਲਾਈ ਇਹ ਪ੍ਰਮੁੱਖ ਹਨ। ਆਹਾ ਸਾਹਿਤਿਕ ਰਚਨਾਵਾਂ ਤੇ ਦੋ ਮਹਾਂਕਾਵ ਹੁੰਦੇ ਆ ਜੀ ਕਵਿਤਾ ਫਾਰਮ ਵਿੱਚ ਲਿਖੇ ਗਏ ਵੱਡੀਆਂ ਕਿਤਾਬਾਂ, ਮਹਾਂਕਾਵ ਜਿਨ੍ਹਾਂ ਦਾ ਆਕਾਰ ਵੱਡਾ ਹੁੰਦਾ ਆ ਪਰ ਲਿਖੇ ਜਾਂਦੇ ਆ ਇਹ ਕਵਿਤਾ ਦੀ ਫਾਰਮ ਵਿੱਚ। ਟੋਕਾਪੀਅਰ ਦੁਆਰਾ ਲਿਖਿਆ ਗਿਆ ਟੋਕਪੀਅਮ ਤਾਮਿਲ ਸਾਹਿਤ ਦਾ ਸਭ ਤੋਂ ਪੁਰਾਣਾ ਸਾਹਿਤ ਹੈ। ਤਾਮਿਲ ਸਾਹਿਤ ਦਾ ਜੇ ਸਭ ਤੋਂ ਪੁਰਾਣਾ ਸਾਹਿਤ ਕਿਹੜਾ ਜੀ? ਟੋਕਪੀਅਮ। ਇੰਪੋਰਟੈਂਟ ਹੈ ਇਹ ਟੋਕਪੀਅਮ ਕਿਹਨੇ ਲਿਖਿਆ? ਟੋਕਾਪੀਅਰ ਨੇ ਲਿਖਿਆ ਟੋਕਪੀਅਮ। ਇਹ ਬੇਸਿਕਲੀ ਤਮਿਲ ਵਿਆਕਰਨ ਤੇ ਇੱਕ ਰਚਨਾ ਹੈ। ਤਮਿਲ ਦੀ ਵਿਆਕਰਨ ਬਾਰੇ ਰਚਨਾ ਆ ਇਹ ਟੋਕਾਪੀਅਰ ਦੁਆਰਾ ਲਿਖਿਆ ਗਿਆ। ਪਰ ਵਿਆਕਰਨ ਬਾਰੇ ਗੱਲਾਂ ਦੱਸਣ ਦੇ ਨਾਲ ਇਸ ਨੇ ਉਸ ਸਮੇਂ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਥਿਤੀਆਂ ਬਾਰੇ ਵੀ ਸਾਨੂੰ ਕਾਫੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਤਾਮਿਲ ਵਿਆਕਰਨ ਤੇ ਇੱਕ ਰਚਨਾ ਹੈ ਪਰ ਇਹ ਸੰਗਮ ਕਾਲ ਦੀਆਂ ਰਾਜਨੀਤਿਕ ਅਤੇ ਸਮਾਜਿਕ ਆਰਥਿਕ ਸਥਿਤੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ। ਠੀਕ ਹੈ ਜੀ। ਅੱਗੇ ਜੀ ਅਟੂਟੋਗਈ ਕੀ ਆ? ਇਹ ਜੀ 8 ਰਚਨਾਵਾਂ ਦਾ ਸੰਕਲਨ ਹੈ। ਇਹਦੇ ਵਿੱਚ ਅੱਗੇ 8 ਰਚਨਾਵਾਂ ਹੈ। 8 ਰਚਨਾਵਾਂ ਮਿਲ ਕੇ ਕੀ ਬਣਦਾ? ਅਟੂਟੋਗਈ। ਉਹ 8 ਰਚਨਾਵਾਂ ਕੀ ਆ ਉਹ ਅਸੀਂ ਰਹਿਣ ਦਿੰਦੇ ਆ, ਇੰਨਾ ਡੀਪ ਨਹੀਂ ਜਾਣਾ। ਇਸੇ ਹਿਸਾਬ ਨਾਲ ਪਟੂ ਪਟੂ ਆ ਜਿਹੜਾ ਪਟੂ 10 ਰਚਨਾਵਾਂ ਦਾ ਸਮੂਹ ਹੈ। 10 ਰਚਨਾਵਾਂ ਸ਼ਾਮਿਲ ਹੈ ਇਸ ਵਿੱਚ। ਠੀਕ ਹੈ ਜੀ। ਵਿਸ਼ੇ ਪੱਖੋਂ ਅਟੂਟੋਗਈ ਅਤੇ ਪਟੂ ਦੋਨਾਂ ਨੂੰ ਦੋ ਮੁੱਖ ਸਮੂਹਾਂ ਵਿੱਚ ਵੰਡਿਆ ਗਿਆ ਹੈ। ਟੌਪਿਕ ਵਾਈਜ਼ ਨਾ ਵੀ ਇਹਨਾਂ ਵਿੱਚ ਕੀ ਗੱਲਾਂ ਲਿਖੀਆਂ ਗਈਆਂ ਉਹਦੇ ਹਿਸਾਬ ਨਾਲ 2 ਮੇਨ ਟੌਪਿਕ ਆਉਂਦੇ ਆ। ਇੱਕ ਅਜਿਹੀ ਰਚਨਾਵਾਂ ਜੋ ਪਿਆਰ ਨਾਲ ਸੰਬੰਧਿਤ ਹੈ, ਲਵ ਬਾਰੇ ਗੱਲਾਂ ਕਰਦੀ ਆ, ਉਹਨੂੰ ਕਹਿੰਦੇ ਜੀ ਅਹਿਮ। ਤਾਂ ਜਿਹੜੀਆਂ ਰਚਨਾਵਾਂ ਬਹਾਦਰੀ ਨਾਲ ਡੀਲ ਕਰਦੀਆਂ ਉਹਨੂੰ ਕਹਿੰਦੇ ਜੀ ਪੁਰਮ। ਠੀਕ। ਤੇ ਹੁਣ 2 ਗੱਲਾਂ ਹੋ ਗਈਆਂ। ਵਿਸ਼ੇ ਪੱਖੋਂ 2 ਤਰ੍ਹਾਂ ਦਾ ਲਿਟਰੇਚਰ ਆ, ਅਹਿਮ ਅਤੇ ਪੁਰਮ। ਅਹਿਮ ਹੋ ਗਿਆ ਪਿਆਰ ਨਾਲ ਸੰਬੰਧਿਤ, ਪੁਰਮ ਹੋ ਗਿਆ ਬਹਾਦਰੀ ਨਾਲ ਸੰਬੰਧਿਤ। ਠੀਕ ਹੈ ਜੀ। ਇੱਕ ਆ ਰਚਨਾ ਦੇਖੋ ਜੀ, ਪਥਿਨੇਨ ਕਿਲਕੰਨਕੂ। ਅਸੀਂ ਪਹਿਲੀ ਲਾਈਨ 'ਚ ਪੜ੍ਹਿਆ। ਆਹ ਦੇਖੋ ਪਥਿਨੇਨ ਕਿਲਕੰਨਕੂ, ਉਹਦੇ ਬਾਰੇ ਪੜ੍ਹ ਲੈਂਦੇ ਹੁਣ। ਇਸ ਵਿੱਚ 18 ਰਚਨਾਵਾਂ ਸ਼ਾਮਿਲ ਹਨ ਜੋ ਜ਼ਿਆਦਾਤਰ ਨੈਤਿਕਤਾ ਨਾਲ ਸੰਬੰਧਿਤ ਹਨ। ਠੀਕ ਹੈ ਜੀ। ਨੈਤਿਕਤਾ ਨਾਲ ਸੰਬੰਧਿਤ ਹਨ। ਇਹ ਤੁਹਾਨੂੰ ਨਾਮ ਵੀ ਯਾਦ ਰਵੇ ਪਰ ਆਹ ਜ਼ਰੂਰ ਯਾਦ ਰੱਖਿਓ। ਇਹਨਾਂ ਰਚਨਾਵਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਰਚਨਾ ਕਿਹੜੀ ਆ? ਥਿਰੂਵੱਲੁਵਰ ਦੁਆਰਾ ਲਿਖਿਆ ਗਿਆ ਤਿਰੂਕੁਰਲ ਇੱਕ ਰਚਨਾ ਦਾ ਨਾਂ ਆ। ਕਿਹਨੇ ਲਿਖੀ? ਤਿਰੂਵੱਲੁਵਰ ਨੇ ਲਿਖਿਆ ਤਿਰੂਕੁਰਲ। ਇਹ ਕਿਸ ਨਾਲ ਸੰਬੰਧਿਤ ਆ? ਨੈਤਿਕਤਾ ਨਾਲ। ਹੁਣ ਨੈਤਿਕਤਾ ਤੁਹਾਡਾ ਇੱਕ ਪੂਰਾ ਪੇਪਰ ਆ ਮੇਨਸ ਵਿੱਚ, ਪੇਪਰ 4, ਅਤੇ ਉੱਥੇ ਇਹ ਵਾਲੀ ਗੱਲਾਂ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਆ। ਠੀਕ। ਤਿਰੂਕੁਰਲ ਕਿਹਨੇ ਲਿਖਿਆ? ਤਿਰੂਵੱਲੁਵਰ ਨੇ। ਇਹ ਕਿਸ ਟੌਪਿਕ 'ਤੇ ਆ? ਨੈਤਿਕਤਾ ਨਾਲ। ਆਹ ਦਿੱਲੀ ਵਿੱਚ ਨਾ ਤਮਿਲ ਸੰਗਮ ਆ ਇੱਕ ਜਗ੍ਹਾ, ਉਹ ਲਾਗੇ ਮੈਂ ਰਹਿੰਦਾ ਰਿਹਾ, ਅਤੇ ਉੱਥੇ ਮੂਰਤੀ ਸੀ ਤਮਿਲ ਸੰਗਮ ਦੇ ਸਾਹਮਣੇ। ਤਾਂ ਮੈਂ ਅੰਦਾਜ਼ਾ ਮਾਰ ਕੇ ਸੋਚਿਆ ਇਹ ਤਿਰੂਵੱਲੁਵਰ ਦੀ ਹੋਣੀ ਆ। ਉਹ ਸੱਚੀ ਤਿਰੂਵੱਲੁਵਰ ਦੀ ਮੂਰਤੀ ਸੀ। ਇੰਨਾ ਇਹਦਾ ਨਾਮ ਆ ਬੰਦੇ ਦਾ, ਤਿਰੂਵੱਲੁਵਰ। ਇਲਾਂਗੋ ਅਦੀਗਲ ਦੁਆਰਾ ਲਿਖਿਆ ਗਿਆ ਸ਼ਿਲਾਪਥੀਗਰਮ ਜਾਂ ਸ਼ਿਲਾਪਥੀਗਰਮ 2 ਮਹਾਂਕਾਵ ਅਸੀਂ ਪੜ੍ਹੇ ਜੀ ਹੁਣੀ ਥੋੜ੍ਹੇ ਚਿਰ ਪਹਿਲਾਂ, ਸ਼ਿਲਾਪਥੀਗਰਮ ਅਤੇ ਮਨੀਮੇਕਲਾਈ। ਸ਼ਿਲਾਪਥੀਗਰਮ ਅਤੇ ਮਨੀਮੇਕਲਾਈ 2 ਮਹਾਂਕਾਵ ਸੀ ਤਮਿਲ ਦੇ। ਇਹ ਮਤਲਬ ਤਮਿਲ ਸੰਗਮ ਦੇ। ਇਹ ਸੀਰੀਜ਼ ਆ। ਪਹਿਲਾਂ ਆਇਆ ਸੀ ਮਹਾਂਕਾਵ, ਫਿਰ ਇਹਦੀ ਹੀ ਦੂਸਰੀ ਵੋਲੀਅਮ ਸੀ ਮਨੀਮੇਕਲਾਈ। ਇਹਨਾਂ ਦੇ ਰਾਈਟਰ ਤੁਸੀਂ ਦੇਖ ਲਓ ਜੀ ਕਿਹੜੇ ਸੀ। ਸ਼ਿਲਾਪਥੀਗਰਮ ਦਾ ਰਾਈਟਰ ਸੀ ਇਲਾਂਗੋ ਅਡੀਗਲ। ਤੁਹਾਨੂੰ ਕਈ ਨਾਮ ਨਾ ਪੂਰੇ ਨਾਮ ਨਹੀਂ ਯਾਦ ਹੁੰਦੇ ਤਾਂ ਤੁਸੀਂ ਨਾ ਉਹਦਾ ਥੋੜ੍ਹਾ ਪੋਰਸ਼ਨ ਹੀ ਯਾਦ ਕਰ ਲਓ। ਅਡੀਗਲ ਸੀ ਰਾਈਟਰ ਸ਼ਿਲਾਪਥੀਗਰਮ ਦਾ, ਕਿਉਂਕਿ ਆਉਣਾ ਕੁਐਸਚਨ ਤਾਂ ਤੁਹਾਨੂੰ ਆਬਜੈਕਟਿਵ ਆ, ਹੈ ਨਾ, ਮੀਨਸ ਵਿੱਚ ਜ਼ਿਆਦਾ
ਉੱਥੋਂ ਤੁਸੀਂ ਫਿਰ ਚੱਕ ਲੈਣਾ ਆਪੀ ਅਧਿਕਲ ਇਲਾਂਗੋ ਅਧਿਕਲ ਦੁਆਰਾ ਸ਼ਿਲਾਪਤੀਕਰਮ ਅਤੇ ਮਨੀ ਮੇਘਲਾਈ ਕਿਹਨੇ ਲਿਖੀ ਸੀ? ਸ਼ੀਤਲਾਈ ਸਤਨਾਰ ਨੇ ਲਿਖੀ ਸੀ ਮਨੀ ਮੇਘਲਾਈ। ਇਹ ਸੰਗਮ ਦੀ ਰਾਜਨੀਤੀ ਅਤੇ ਸਮਾਜ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਦੇ ਹਨ। ਦੇਖੋ ਬੇਸਿਕਲੀ ਇਹ ਸਟੋਰੀਆਂ ਚੱਲਦੀਆਂ ਵੀ ਇੱਕ ਸੁਨਿਆਰਾ ਸੀ ਹੈ ਨਾ, ਉਹ ਨਾ ਆਪਣੀ ਘਰ ਵਾਲੀ ਦੀ ਉਹ ਐਂਕਲਟ ਹੁੰਦੀ ਹੈ ਜਿਹੜੀ ਝਾਂਜਰ ਜੀ ਹੁੰਦੀ ਆ, ਉਹ ਵੱਡੇ ਸ਼ਹਿਰ ਵੇਚਣ ਜਾਂਦਾ ਅਤੇ ਉਹਦੇ ਖਿਲਾਫ ਝੂਠੇ ਆਰੋਪ ਲਗਾ ਕੇ ਉਹਨੂੰ ਮਰਵਾ ਦਿੱਤਾ ਜਾਂਦਾ। ਫਿਰ ਉਹਦੀ ਪਤਨੀ ਕਨਗੀ ਜਿਹੜੀ ਆ ਹੈ ਨਾ, ਉਹ ਕਨਗੀ ਇੰਨਾ ਗੁੱਸਾ ਹੁੰਦੀ ਕਿ ਉਹਦੇ ਪ੍ਰਤਾਪ ਕਰਕੇ ਪੂਰੇ ਸ਼ਹਿਰ ਨੂੰ ਅੱਗ ਲੱਗ ਜਾਂਦੀ। ਇਹ ਉਹਦੀ ਲੜਕੀ ਸੀ ਕਨਗੀ। ਇਹ ਗੱਲਾਂ ਇਹ ਬੇਸਿਕਲੀ ਹੁਣ ਕਹਾਣੀ ਤਾਂ ਇਹ ਹੋ ਗਈ, ਪਰ ਇਹਨਾਂ ਦੇ ਨਾਲ ਉਸ ਸਮੇਂ ਦਾ ਸਮਾਜ ਕਿਸ ਤਰ੍ਹਾਂ ਦਾ ਸੀ, ਪੋਲੀਟਿਕਸ ਕਿਸ ਤਰ੍ਹਾਂ ਸੀ, ਰਾਜਨੀਤੀ ਕਿਸ ਤਰ੍ਹਾਂ ਦੀ ਸੀ, ਇਹ ਗੱਲਾਂ ਵੀ ਸਾਨੂੰ ਇਹ ਰਚਨਾਵਾਂ ਤੋਂ ਪਤਾ ਲੱਗ ਜਾਂਦੀਆਂ। ਅਤੇ ਤੁਸੀਂ ਡਿਸਕਵਰੀ ਆਫ ਇੰਡੀਆ ਜ਼ਰੂਰ ਦੇਖੋ ਜੀ, 53 ਐਪੀਸੋਡ ਆ ਉਹਦੇ ਵਿੱਚ ਵੀ ਸੰਗਮ ਏਜ ਉੱਤੇ ਐਪੀਸੋਡ ਆ, ਤੁਹਾਨੂੰ ਜਾਣਕਾਰੀ ਮਿਲੇਗੀ। ਸਾਹਿਤਕ, ਪੁਰਾਤੱਤਵ ਅਤੇ ਸਿੱਕਿਆਂ ਇਹਨਾਂ ਤੋਂ ਮਿਲੀ ਜਾਣਕਾਰੀ ਦੇ ਸਬੂਤਾਂ ਦੇ ਆਧਾਰ 'ਤੇ ਸੰਗਮ ਸਾਹਿਤ ਦੀ ਸਭ ਤੋਂ ਸੰਭਾਵਿਤ ਤਾਰੀਖ, ਇਹਦਾ ਟਾਈਮ ਪੀਰੀਅਡ ਜੀ ਅਸੀਂ ਇਨਡਾਇਰੈਕਟਲੀ ਪਤਾ ਕਰਦੇ ਹਾਂ ਲਿਟਰੇਚਰ ਤੋਂ, ਆਰਕੀਓਲੋਜਿਸਟ ਜਿਹੜੇ ਹੈਗੇ ਸਾਡੇ ਕੋਲ ਚੀਜ਼ਾਂ ਬਣੀਆਂ, ਪੁਰਾਤੱਤਵ ਮਿਲੀਆਂ ਜੋ ਸਾਨੂੰ, ਸਿੱਖਿਆ ਤੋਂ, ਇਹਨਾਂ ਤੋਂ ਸਾਨੂੰ ਸੰਗਮ ਯੁੱਗ ਦੀ ਸੰਭਾਵਿਤ ਤਾਰੀਖ 3 ਸਦੀ ਈਸਾ ਪੂਰਵ ਤੋਂ 3 ਸਦੀ ਈਸਵੀ ਦੇ ਵਿਚਕਾਰ ਨਿਸ਼ਚਿਤ ਕੀਤੀ ਗਈ ਹੈ ਜੀ। 300 ਸਾਲ ਪਹਿਲਾਂ ਈਸਾ ਤੋਂ 300 ਸਾਲ ਬਾਅਦ ਇਹ ਟਾਈਮ ਪੀਰੀਅਡ ਅਪਰੋਕਸੀਮੇਟ ਨਿਸ਼ਚਿਤ ਕੀਤਾ ਜਾਂਦਾ ਆ ਸੰਗਮ ਏਜ ਦਾ, ਸੰਗਮ ਯੁੱਗ ਦਾ। ਹੁਣ ਪੜ੍ਹਦੇ ਹਾਂ ਜੀ ਉਸ ਸਮੇਂ ਦਾ ਸਿਆਸੀ ਇਤਿਹਾਸ, ਪੋਲੀਟੀਕਲ ਹਿਸਟਰੀ ਕਿਸ ਤਰ੍ਹਾਂ ਦੀ ਸੀ। ਇਹ ਪੂਰੇ ਸਾਊਥ ਇੰਡੀਆ ਵਿੱਚ ਕਿੱਥੇ ਕੌਣ ਰਾਜ ਕਰਦਾ ਸੀ। ਸੰਗਮ ਯੁੱਗ ਦੌਰਾਨ ਤਮਿਲ ਦੇਸ਼ ਵਿੱਚ ਚੇਰਾ, ਚੋਲ ਅਤੇ ਪਾਂਡਿਆ ਨਾਮਕ 3 ਰਾਜਵੰਸ਼ਾਂ ਦੁਆਰਾ ਸ਼ਾਸਨ ਕੀਤਾ ਗਿਆ ਸੀ। 3 ਰਾਜਵੰਸ਼ ਸੀ ਜੀ, ਇਹ ਯਾਦ ਰੱਖਿਓ। ਇੱਥੇ ਸੀ ਚੋਲ, ਥੱਲੇ ਸੀ ਪਾਂਡਿਆ ਤਾਂ ਇੱਧਰ ਸੀ ਚੇਰਾ, ਕੇਰਲਾ ਸਾਈਡ ਸੀ ਚੇਰਾ। ਚੋਲਾਂ ਦਾ ਰਾਜਨੀਤੀ ਜਾਂ ਆਪਾਂ ਕਹੀਏ ਰਾਜ ਦਾ ਚਿੰਨ੍ਹ ਸੀ ਸ਼ੇਰ, ਟਾਈਗਰ। ਪਾਂਡਿਆ ਦਾ ਸੀ ਜੀ ਮਛਲੀ ਅਤੇ ਚੇਰਾ ਦਾ ਸੀ ਤੀਰ ਕਮਾਨ। ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਆ। ਅਤੇ ਬਾਅਦ ਵਿੱਚ ਇੱਥੇ ਕੌਣ ਆ ਗਏ ਸੀ? ਪੱਲਵ ਇੱਥੇ ਆ ਗਏ ਸੀ ਬਾਅਦ ਵਿੱਚ। ਠੀਕ ਹੈ ਜੀ, ਦੇਖਦੇ ਹਾਂ ਜੀ। ਪਹਿਲਾਂ ਪੜ੍ਹਦੇ ਚੇਰਾ ਕਿਹੜੇ ਹੋਏ ਜੀ? ਆਹ ਵਾਲੇ ਜਿਹੜੇ ਅੱਜ ਦੇ ਕੇਰਲਾ ਦੇ ਉੱਤੇ ਆ ਚੇਰਾ ਆਧੁਨਿਕ ਕੇਰਲਾ ਦੇ ਕੁਝ ਹਿੱਸਿਆਂ ਉੱਤੇ ਰਾਜ ਕਰਦੇ ਸਨ। ਚੇਰਨ ਸੇਨਗੁੱਤਵਨ ਇਸ ਰਾਜਵੰਸ਼ ਦੇ ਪ੍ਰਸਿੱਧ ਸ਼ਾਸਕ ਸਨ। ਮੇਨ ਰਾਜਾ ਕੌਣ ਸੀ? ਚੇਰਨ ਸੇਨਗੁੱਤਵਨ ਮੇਨ ਰਾਜਾ ਸੀ, ਚੇਰਨ ਸੇਨਗੁੱਤਵਨ। ਬਾਕੀ ਵੀ ਹੋਰ ਕਈ ਰਾਜੇ ਸੀ, ਅਸੀਂ ਉਹਨਾਂ ਬਾਰੇ ਨਹੀਂ ਪੜ੍ਹਾਂਗੇ, ਇੰਨਾ ਡੀਪ ਨਹੀਂ ਜਾਣਾ, ਮੇਨ ਕੰਮ ਦੀਆਂ ਗੱਲਾਂ ਚੱਕ ਲੈਂਦੇ ਹਾਂ। ਚੇਰਨ ਸੇਨਗੁੱਤਵਨ 2 ਸਦੀ ਈਸਵੀ ਨਾਲ ਸੰਬੰਧਿਤ ਸੀ। ਉਸ ਦਾ ਛੋਟਾ ਭਰਾ ਸ਼ਿਲਪਦੀਕਰਮ ਦਾ ਲੇਖਕ ਇਲਾਂਗੋ ਅਡੀਗਲ ਸੀ। ਅਸੀਂ ਪਹਿਲਾਂ 2 ਮਹਾਂਕਾਵ ਪੜ੍ਹੇ, ਸ਼ਿਲਾਪਦੀਕਰਮ ਅਤੇ ਮਨੀ ਮੇਘਲਾਈ। ਸ਼ਿਲਾਪਦੀਕਰਮ ਦਾ ਲੇਖਕ ਕੌਣ ਸੀ? ਮੇਨ ਰਾਜਾ ਚੇਰਨ ਸੇਨਗੁੱਤਵਨ ਦਾ ਛੋਟਾ ਭਰਾ ਇਲਾਂਗੋ ਅਡੀਗਲ। ਤਾਂ ਇਲਾਂਗੋ ਅਡੀਗਲ ਕੌਣ ਹੋ ਗਿਆ? ਰਾਜਵੰਸ਼ ਨਾਲ ਸੰਬੰਧਿਤ ਬੰਦਾ, ਇੰਪੋਰਟੈਂਟ ਹੋ ਗਿਆ ਜੀ ਇਹ। ਉਸ ਦੀਆਂ ਫੌਜੀ ਪ੍ਰਾਪਤੀਆਂ ਵਿੱਚੋਂ ਹਿਮਾਲਿਆ ਤੱਕ ਉਸ ਦੀ ਮੁਹਿੰਮ ਬੇਮਿਸਾਲ ਦੀ ਸੀ। ਦੇਖੋ ਬੰਦਾ ਇਹ ਸਾਊਥ ਇੰਡੀਆ ਦਾ ਆ, ਪਰ ਹਿਮਾਲਿਆ ਤੱਕ ਵੀ ਇਹਨ ਆਪਣੀ ਸੈਨਾ ਲੈ ਆਉਂਦੀ ਸੀ। ਇੱਥੋਂ ਵੀ ਕਈ ਇਲਾਕਿਆਂ ਨੂੰ ਜਿੱਤ ਕੇ ਗਿਆ ਸੀ ਜੀ। ਉਸਨੇ ਬਹੁਤ ਸਾਰੇ ਉੱਤਰੀ ਭਾਰਤੀ ਰਾਜਿਆਂ ਨੂੰ ਹਰਾਇਆ। ਹੁਣ ਹਿਮਾਲਿਆ ਤੱਕ ਆ ਗਿਆ, ਇਹਦਾ ਮਤਲਬ ਰਾਹ 'ਚ ਹਰਾਉਂਦਾ ਹੀ ਆਇਆ ਹੋਏਗਾ। ਤਾਂ ਇਸਨੇ ਉੱਤਰ ਭਾਰਤ ਦੇ ਕਈ ਰਾਜਿਆਂ ਨੂੰ ਵੀ ਹਰਾਇਆ ਸੀ। ਹੁਣ ਅਸੀਂ ਕਹਾਣੀ ਪੜ੍ਹੀ ਸ਼ਿਲਾਪਦੀਕਰਮ ਦੀ ਵੀ ਕਿਸ ਤਰ੍ਹਾਂ ਸੁਨਿਆਰੇ ਨੂੰ ਝੂਠੇ ਆਰੋਪ 'ਚ ਮਾਰ ਦਿੱਤਾ ਗਿਆ ਅਤੇ ਉਹਦੀ ਜਿਹੜੀ ਪਤਨੀ ਸੀ ਕਨਗੀ ਉਹ ਕੀ ਆ? ਆਦਰਸ਼ਕ ਪਤਨੀ ਸੀ। ਤਾਂ ਉਹਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੇ ਤੇਜ਼ ਪ੍ਰਤਾਪ ਨਾਲ ਪੂਰੇ ਸ਼ਹਿਰ ਨੂੰ ਅੱਗ ਲਾ ਦਿੱਤੀ। ਤਾਂ ਇਸ ਕਰਕੇ ਕਨਗੀ ਦੀ ਪੂਜਾ ਹੁੰਦੀ ਆ ਉੱਥੇ ਸਾਊਥ ਵਿੱਚ। ਸੇਨਗੁੱਤਵਨ ਨੇ ਤਾਮਿਲਨਾਡੂ ਵਿੱਚ ਪਤਨੀ ਕਲਟ, ਇੱਕ ਕੀ ਹੋ ਗਿਆ? ਪੰਥ ਹੋ ਗਿਆ, ਇੱਕ ਧਰਮ ਹੋ ਗਿਆ, ਜਾਂ ਕਨਗੀ ਦੀ ਪੂਜਾ ਨੂੰ ਆਦਰਸ਼ ਪਤਨੀ ਵਜੋਂ ਪੇਸ਼ ਕੀਤਾ ਹੈ। ਕਨਗੀ ਕੀ ਸੀ? ਆਦਰਸ਼ ਪਤਨੀ, ਜਿਸ ਨੇ ਆਪਣੀ ਪਤਨੀ ਦੀ ਮੌਤ 'ਤੇ ਇੱਦਾਂ ਦਾ ਸ਼ਰਾਪ ਦਿੱਤਾ ਕਿ ਪੂਰਾ ਸ਼ਹਿਰ ਨੂੰ ਅੱਗ ਲੱਗ ਗਈ। ਪਤਨੀ ਕਲਟ
ਠੀਕ ਮਤਲਬ ਪਤਨੀ ਪੰਥ, ਪਤਨੀ ਦੇ ਨਾਮ 'ਤੇ, ਪਤਨੀ ਦੇ ਆਦਰਸ਼ਾਂ ਦੇ ਬੇਸ 'ਤੇ ਬਣਿਆ ਹੋਇਆ ਧਰਮ, ਮਤਲਬ ਕੰਨਗੀ ਦੀ ਪੂਜਾ, ਕੰਨਗੀ ਕਿਉਂਕਿ ਕੰਨਗੀ ਸੀ ਨਾ ਮੇਨ ਲੇਡੀ, ਮੇਨ ਔਰਤ, ਅਤੇ ਇਸ ਦੀ ਪੂਜਾ ਨੂੰ ਹੈ ਨਾ ਆਦਰਸ਼ ਪਤਨੀ ਵਜੋਂ ਪੇਸ਼ ਕੀਤਾ ਸੀ ਕੰਨਗੀ ਨੂੰ ਸੇਨ ਕੁਟਵਨ ਨੇ, ਅਤੇ ਇਹਦੇ ਲਈ ਮੰਦਰ ਵਗੈਰਾ ਵੀ ਬਣਾਏ ਸੀ। ਠੀਕ ਹੈ ਜੀ, ਇਹ ਗੱਲਾਂ ਹੈ। ਅੱਗੇ ਜੀ ਚੋਲ, ਚੋਲ ਵੰਸ਼ ਬਾਰੇ ਤੁਸੀਂ ਇਹ ਯਾਦ ਰੱਖਣਾ ਆ ਕਿ ਪਹਿਲਾਂ ਚੋਲ ਜਿਹੜੇ ਰਾਜੇ ਸੀ ਨਾ, ਪਹਿਲੀ ਸ਼ਤਾਬਦੀ ਈਸਾ ਦੇ ਕਰੀਬ ਕਾਫੀ ਪ੍ਰਭਾਵਿਤ ਹੋਏ, ਕਾਫੀ ਇਹਨਾਂ ਦਾ ਸੀਗਾ ਪ੍ਰਭਾਵ ਸਾਊਥ ਇੰਡੀਆ ਵਿੱਚ। ਬਾਅਦ 'ਚ ਪ੍ਰਭਾਵ ਘੱਟ ਗਿਆ, ਫਿਰ 9ਵੀਂ 10ਵੀਂ ਸ਼ਤਾਬਦੀ ਵਿੱਚ, ਖਾਸ ਤੌਰ 'ਤੇ 10ਵੀਂ ਸ਼ਤਾਬਦੀ ਵਿੱਚ ਇਹਨਾਂ ਦਾ ਪ੍ਰਭਾਵ ਕਾਫੀ ਵਧਿਆ। ਇਸ ਲਈ ਅਸੀਂ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਪੜ੍ਹਾਂਗੇ। ਇੱਕ ਸੀ ਅਰਲੀ ਚੋਲ ਪਹਿਲੀ ਸ਼ਤਾਬਦੀ ਦੇ ਕਰੀਬ ਦੇ, ਇੱਕ ਸੀ ਬਾਅਦ ਵਾਲੇ ਚੋਲ 10ਵੀਂ ਸ਼ਤਾਬਦੀ ਕਰੀਬ ਦੇ। ਠੀਕ, ਸੰਗਮ ਕਾਲ ਦੇ ਚੋਲ ਦਾ ਰਾਜ ਆਧੁਨਿਕ ਤਿਰੂਚੀ ਜ਼ਿਲ੍ਹੇ ਤੋਂ ਦੱਖਣੀ ਆਂਧਰਾ ਤੱਕ ਫੈਲਿਆ ਹੋਇਆ ਸੀ। ਉਹਨਾਂ ਦੀ ਰਾਜਧਾਨੀ ਪਹਿਲਾਂ ਉਰਾਯੂਰ ਸੀ ਅਤੇ ਫਿਰ ਪੁਹਾਰ ਵਿੱਚ ਤਬਦੀਲ ਹੋ ਗਈ, ਫਿਰ ਪੁਹਾਰ ਚਲੀ ਗਈ। ਠੀਕ ਹੈ ਜੀ। ਕਰੀਕਲਾ ਸੰਗਮ ਚੋਲਾਂ ਦਾ ਪ੍ਰਸਿੱਧ ਰਾਜਾ ਸੀ। ਕਰਾਈਕਲਾ ਇਹ ਬਹੁਤ ਇੰਪੋਰਟੈਂਟ ਰਾਜਾ ਸੀ। ਕਰਾਈਕਲਾ ਪਹਿਲਾਂ ਵਾਲੇ ਚੋਲਾਂ ਦਾ ਮੇਨ ਰਾਜਾ ਕੌਣ ਸੀ? ਕਰਾਈਕਲਾ। ਸੰਗਮ ਟਾਈਮ ਦੇ ਚੋਲਾਂ ਦਾ ਮੇਨ ਰਾਜਾ ਕਰਾਈਕਲਾ, ਕਰੀਕਲਾ ਵੀ ਕਹਿ ਲਈਏ। ਬੇਨੀ ਦੀ ਲੜਾਈ ਵਿੱਚ ਉਸਨੇ ਚੇਰਾ, ਪਾਂਡਿਆਂ ਅਤੇ 11 ਛੋਟੇ ਸਰਦਾਰਾਂ ਵਾਲੇ ਸ਼ਕਤੀਸ਼ਾਲੀ ਸੰਘ ਨੂੰ ਹਰਾਇਆ ਸੀ। ਇੱਕ ਪਾਸੇ ਚੇਰਾ, ਪਾਂਡਿਆਂ ਅਤੇ ਹੋਰ 11 ਛੋਟੇ ਸਰਦਾਰ ਉਹਨਾਂ ਦੀ ਫੌਜ ਸੀ, ਦੂਜੇ ਪਾਸੇ ਚੋਲਾ ਦੀ ਫੌਜ ਸੀ। ਉਹਨਾਂ ਦਾ ਰਾਜਾ ਕੌਣ ਸੀ? ਕੌਣ ਲੀਡ ਕਰ ਰਿਹਾ ਸੀ? ਕਰਾਈਕਲਾ। ਅਤੇ ਕਰਾਈਕਲਾ ਨੇ ਬੈਨੀ ਦੀ ਲੜਾਈ ਵਿੱਚ ਇਹਨਾਂ ਸਾਰਿਆਂ ਨੂੰ ਹਰਾ ਦਿੱਤਾ ਸੀ। ਇਸ ਘਟਨਾ ਦਾ ਜ਼ਿਕਰ ਕਈ ਸੰਗਮ ਕਵਿਤਾਵਾਂ ਵਿੱਚ ਮਿਲਦਾ ਹੈ। ਸੰਗਮ ਕਵਿਤਾਵਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਤੁਹਾਨੂੰ ਕਈ ਵਾਰ ਪੁੱਛਿਆ ਜਾ ਸਕਦਾ ਕਿ ਸੰਗਮ ਦੀਆਂ ਕਵਿਤਾਵਾਂ ਉਸ ਸਮੇਂ ਦੇ ਪੋਲੀਟੀਕਲ ਹਿਸਟਰੀ ਨੂੰ ਦੱਸਦੀਆਂ ਆ, ਤਾਂ ਤੁਸੀਂ ਆਹ ਗੱਲਾਂ ਲਿਖ ਦੇਣੀਆਂ ਵੀ ਆਹ ਗੱਲਾਂ ਸਾਨੂੰ ਜੋ ਪਤਾ ਲੱਗੀਆਂ ਉਹ ਸੰਗਮ ਕਵਿਤਾਵਾਂ ਵਿੱਚੋਂ ਮਿਲਦੀਆਂ। ਬਹਾਈ ਪਰੰਡਲੀ ਉਸ ਦੁਆਰਾ ਲੜੀ ਗਈ ਇੱਕ ਹੋਰ ਮਹੱਤਵਪੂਰਨ ਲੜਾਈ ਸੀ, ਜਿਸ ਵਿੱਚ 9 ਦੁਸ਼ਮਣ ਸਰਦਾਰਾਂ ਨੇ ਉਸ ਦੇ ਅੱਗੇ ਗੋਡੇ ਟੇਕੇ ਸਨ। ਇਹ ਦੂਸਰੀ ਵੱਡੀ ਲੜਾਈ ਹੋ ਗਈ ਉਸ ਦੀ। ਕਰਾਈਕਲਾ ਦੀਆਂ ਫੌਜੀ ਪ੍ਰਾਪਤੀਆਂ ਨੇ ਉਸ ਨੂੰ ਪੂਰੇ ਤਮਿਲ ਦੇਸ਼ ਦਾ ਮਾਲਕ ਬਣਾ ਦਿੱਤਾ ਸੀ। ਪੂਰੇ ਤਮਿਲ ਸਾਊਥ ਇੰਡੀਆ ਦਾ ਮਾਲਕ ਬਣ ਗਿਆ ਸੀ ਕਰਾਈਕਲਾ। ਉਸ ਦੇ ਸ਼ਾਸਨ ਕਾਲ ਦੌਰਾਨ ਵਪਾਰ ਅਤੇ ਵਣਜ ਵਧਿਆ, ਟ੍ਰੇਡ ਐਂਡ ਕਮਰਸ ਕਾਫੀ ਵਧਿਆ, ਪ੍ਰਫੁੱਲਿਆ। ਉਹ ਮੁੜ ਜੰਗਲ ਦੀਆਂ ਜ਼ਮੀਨਾਂ ਪ੍ਰਾਪਤ ਕਰ ਸਕਿਆ ਅਤੇ ਉਹਨਾਂ ਨੂੰ ਕਾਸ਼ਤ ਅਧੀਨ ਲਿਆਂਦਾ। ਕਾਫੀ ਜੰਗਲ ਵਾਲਾ ਏਰੀਆ ਵੀ ਆਪਣੇ ਕਬਜ਼ੇ 'ਚ ਲਿਆਂਦਾ ਅਤੇ ਉੱਥੇ ਜੰਗਲ ਕੱਟ ਕੇ ਉੱਥੇ ਕੀ ਆ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਵਪਾਰ ਵੀ ਵਧਿਆ, ਹੁਣ ਖੇਤੀ ਵੀ ਵਧੀ ਤਾਂ ਆਮ ਖੁਸ਼ਹਾਲੀ ਵੀ ਵਧੀ। ਠੀਕ ਹੈ ਨਾ, ਪੈਸਾ ਆਇਆ, ਇਹਨਾਂ ਦੀਆਂ ਵਸਤੂਆਂ ਦੂਰ ਦੂਰ ਤੱਕ ਵਿਕਣੀਆਂ ਸ਼ੁਰੂ ਹੋਈਆਂ ਅਤੇ ਖੁਸ਼ਹਾਲੀ ਵੱਧ ਗਈ ਸੀ। ਇਸ ਤਰ੍ਹਾਂ ਲੋਕਾਂ ਦੀ ਖੁਸ਼ਹਾਲੀ ਵੀ ਵਧੀ। ਠੀਕ ਹੈ ਜੀ। ਉਸਨੇ ਕਾਵੇਰੀ ਨਦੀ ਦੇ ਪਾਰ ਕਾਲਨਈ ਵੀ ਬਣਵਾਏ। ਕਾਲਨਈ ਹੁੰਦੇ ਜੀ ਪੁੱਲ, ਨਦੀਆਂ ਦੇ ਉੱਤੇ ਪੁੱਲ ਵੀ ਬਣਾਏ, ਡੈਮ ਟਾਈਪ, ਅਤੇ ਕਈ ਸਿੰਚਾਈ ਟੈਂਕ ਵੀ ਬਣਾਏ। ਟੈਂਕ ਮਤਲਬ ਤਲਾਅ, ਟੋਬੇ, ਉਹ ਵੀ ਬਣਾਏ ਕਿ ਜਿਨ੍ਹਾਂ 'ਚ ਪਾਣੀ ਜਮ੍ਹਾਂ ਹੋ ਜਾਏ ਤਾਂ ਕਿ ਐਗਰੀਕਲਚਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਕਾਲਨਈ ਕੀ ਹੋ ਗਿਆ? ਦਰਿਆ ਦੇ ਉੱਤੇ ਡੈਮ ਬਣਾ ਕੇ ਪਾਣੀ ਰੋਕ ਕੇ ਇੱਕ ਪਾਸੇ ਨੂੰ ਛੋਟੀ ਜਿਹੀ ਨਹਿਰ ਕੱਢਣੀ। ਦਰਿਆ ਦੇ ਉੱਤੇ ਬੰਨ੍ਹ ਵੀ ਬਣਾਏ, ਕਾਲਨਈ। ਤੁਹਾਨੂੰ ਕੋਈ ਸ਼ਬਦ ਨਹੀਂ ਸਮਝ ਲੱਗਦਾ ਉਸ ਨੂੰ ਫੋਟੋ 'ਤੇ ਜ਼ਰੂਰ ਦੇਖ ਲੈਣਾ ਜੀ। ਕਾਲਨਈ ਤੁਹਾਨੂੰ ਫੋਟੋ ਸਾਹਮਣੇ ਆ ਜਾਏਗੀ ਗੂਗਲ 'ਤੇ। ਕਾਲਨਈ ਬੇਸਿਕਲੀ ਡੈਮ ਹੋ ਗਿਆ ਜੀ, ਬੰਨ੍ਹ ਜੇ ਬਣਾਤੇ ਉਹਨਾਂ, ਅਤੇ ਸਿੰਚਾਈ ਲਈ ਆਪਣੇ ਤਲਾਬ ਵੀ ਬਣਾਏ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਬਾਕੀ ਅਗਲੀ ਕਲਾਸ ਵਿੱਚ ਪੜ੍ਹਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।